7ਵੀਂ ਕਲਾਸ ਦੇ ਪਿਆਰੇ ਵਿਦਿਆਰਥੀਓ, ਸਰਕਾਰ ਵੱਲੋਂ 2020-21 ਦੇ ਵਿੱਚ ਤੁਹਾਡੇ ਫਾਈਨਲ ਜਿਹੜੇ ਐਗਜ਼ਾਮਸ ਹੋਣੇ ਨੇ ਉਹਨਾਂ ਵਾਸਤੇ ਪੇਪਰ ਦਾ ਪੈਟਰਨ ਭੇਜ ਦਿੱਤਾ ਗਿਆ ਹੈ, ਜਿਹਦੇ ਵਿੱਚ ਤੁਹਾਡੇ ਪੇਪਰ ਦੇ ਵਿੱਚ ਊੜਾ, ਐੜਾ, ਈੜੀ ਤੇ ਸੱਸਾ 4 ਭਾਗਾਂ ਦੇ ਵਿੱਚ ਪੇਪਰ ਨੂੰ ਡਿਵਾਈਡ ਕੀਤਾ ਗਿਆ ਹੈ। ਊੜੇ ਭਾਗ ਦੇ ਵਿੱਚ ਬੇਟਾ 32 ਸਵਾਲਾਂ ਨੂੰ ਰੱਖਿਆ ਗਿਆ ਹੈ। 32 ਸਵਾਲ 32 ਨੰਬਰ ਦੇ, ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ 80 ਨੰਬਰ ਦੇ ਪੇਪਰ ਦੇ ਵਿੱਚੋਂ 32 ਨੰਬਰ ਤਾਂ ਤੁਹਾਨੂੰ ਪਹਿਲਾ ਊੜੇ ਭਾਗ ਨੂੰ ਖਤਮ ਕਰਕੇ ਹੀ ਮਿਲ ਜਾਣੇ ਨੇ। ਤੇ 32 ਸਵਾਲਾਂ ਨੂੰ ਕਿਸ ਤਰ੍ਹਾਂ ਵੰਡਿਆ ਗਿਆ ਹੈ? 16 ਕੁਐਸਚਨ ਜਿਹੜੇ ਕਿ 4 ਆਪਸ਼ਨਾਂ ਵਾਲੇ ABCD, 8 ਕੁਐਸਚਨ ਸਹੀ ਜਾਂ ਗਲਤ ਤੇ 8 ਕੁਐਸਚਨ ਖਾਲੀ ਥਾਵਾਂ ਭਰਨ ਵਾਲੇ। ਬਹੁਤ ਹੀ ਸੌਖੇ ਢੰਗ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਹੁਣ ਸਰਕਾਰ ਵੱਲੋਂ ਭੇਜੇ ਗਏ ਇਸ ਸੈਂਪਲ ਪੇਪਰ ਦੇ ਵਿੱਚੋਂ ਭਾਗ ਊੜੇ ਦੀ ਵੀਡੀਓ ਬਣਾ ਕੇ ਭੇਜ ਰਹੇ ਹਾਂ, ਉਸ ਤੋਂ ਬਾਅਦ ਬਾਕੀ ਭਾਗਾਂ ਦੀ ਵੀ ਬਣਾ ਕੇ ਭੇਜੀ ਜਾਵੇਗੀ। ਪਹਿਲਾਂ ਤੁਸੀਂ ਭਾਗ ਊੜੇ ਨੂੰ ਸਮਝੋ। 32 ਕੁਐਸਚਨਾਂ ਦੇ ਇਸ ਵੀਡੀਓ ਨੂੰ ਧਿਆਨ ਨਾਲ ਸੁਣਨਾ ਹੈ, ਧਿਆਨ ਨਾਲ ਸਮਝਣਾ ਹੈ ਤੇ ਉਸ ਤੋਂ ਬਾਅਦ ਦੁਬਾਰਾ ਕਰਕੇ ਦੇਖਣਾ ਹੈ ਕਿ ਤੁਹਾਨੂੰ ਵਾਕਈ ਕੁਐਸਚਨ ਸਮਝ ਵੀ ਆਏ ਨੇ ਕਿ ਨਹੀਂ ਆਏ ਨੇ। ਦੇਖੋ, ਭਾਗ ਊੜੇ ਦੇ ਵਿੱਚ ਪਹਿਲਾ ਕੁਐਸਚਨ ਤੁਹਾਡੇ ਕੋਲ ਕੀ ਦਿੱਤਾ ਗਿਆ ਹੈ ਕਿ A ਭਾਗ 0। ਯਾਦ ਰੱਖੋ, ਜਦੋਂ ਭਾਗ A ਭਾਗ 0 ਦਾ ਮਤਲਬ ਹੁੰਦਾ ਹੈ ਪਹਿਲੀ ਰਕਮ ਵਿਚਕਾਰ ਲਿਖਣੀ ਤੇ 0 ਬਾਅਦ ਵਿੱਚ ਲਿਖਣੀ। ਕਿਸੇ ਵੀ ਭਾਗ ਦੇ ਵਿੱਚ ਯਾਦ ਰੱਖ ਲਓ 0 ਸੱਜੇ ਹੱਥ ਨਹੀਂ ਹੋ ਸਕਦਾ। ਇਸ ਗੱਲ ਦਾ ਧਿਆਨ ਰੱਖਣਾ ਹੈ। 0 ਕਦੇ ਵੀ ਦੂਜੇ ਨੰਬਰ ਤੇ ਨਹੀਂ ਹੋ ਸਕਦਾ ਹੈ, ਕਿਉਂਕਿ ਤੁਹਾਨੂੰ ਯਾਦ ਹੈ ਕਿ P/Q ਦੇ ਵਿੱਚ Q ਕਦੇ 0 ਨਹੀਂ ਹੋ ਸਕਦਾ। ਹੁਣ ਪਹਿਲੇ ਕੁਐਸਚਨ 'ਚ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਕਦੇ ਵੀ P/ ਦੇ ਵਿੱਚ ਨੀਚੇ 0 ਨਹੀਂ ਹੋ ਸਕਦਾ। ਤੇ A ਹੈ, A ਭਾਗ 0 ਦਾ ਮਤਲਬ ਹੋ ਗਿਆ A/0 ਤੇ ਨੀਚੇ 0 ਹੋ ਹੀ ਨਹੀਂ ਸਕਦਾ। ਇਹਦਾ ਮਤਲਬ ਆਨਸਰ ਕੀ ਹੋਏਗਾ? ਪਰਿਭਾਸ਼ਿਤ ਨਹੀਂ, ਕਿਉਂਕਿ P/Q ਦੇ ਵਿੱਚ ਜੇ Q 0 ਹੈਗਾ ਤੇ ਉਹਨੂੰ ਅਸੀਂ ਪਰਿਭਾਸ਼ਿਤ ਨਹੀਂ ਬੋਲਦੇ ਨੇ। 0 ਆਨਸਰ ਟਿਕ ਨਹੀਂ ਕਰਨਾ ਕਿਸੇ ਨੇ ਵੀ, ਯਾਦ ਰੱਖਿਓ। 0 ਕਦੋਂ ਆਨਸਰ ਟਿਕ ਕਰਨਾ ਹੁੰਦਾ ਹੈ? ਜੇਕਰ 0 ਪਹਿਲਾਂ ਹੁੰਦਾ ਤੇ A ਬਾਅਦ ਵਿੱਚ ਹੁੰਦਾ। 2.38 ਵਿੱਚ 2 ਦਾ ਸਥਾਨਕ ਮੁੱਲ ਕੀ ਹੋਵੇਗਾ? ਬੇਟਾ 2.38 ਦੇ ਵਿੱਚ 2 ਦਾ ਸਥਾਨਕ ਮੁੱਲ 2 ਹੀ ਹੋਵੇਗਾ, ਕਿਉਂਕਿ 2 ਦਸ਼ਮਲਵ ਤੋਂ ਪਹਿਲਾਂ ਹੈ। ਇੱਕ ਜਮਾਤ ਦੇ ਵਿਦਿਆਰਥੀਆਂ ਦਾ ਭਾਰ ਹੇਠ ਲਿਖੇ ਅਨੁਸਾਰ ਹੈ ਵਿਚਲਨ ਸੀਮਾ। ਬੇਟਾ ਵਿਚਲਨ ਸੀਮਾ ਨੂੰ ਕੀ ਬੋਲਦੇ ਇੰਗਲਿਸ਼ ਵਿੱਚ? ਰੇਂਜ। ਤੇ ਰੇਂਜ ਪਤਾ ਕਰਨ ਦਾ ਫਾਰਮੂਲਾ ਹੁੰਦਾ ਹੈ ਹਾਈਐਸਟ ਨੰਬਰ ਮਾਈਨਸ ਲੋਐਸਟ ਨੰਬਰ, ਹੈ ਨਾ। ਤੇ ਵਿਚਲਨ ਸੀਮਾ ਪਤਾ ਕਰਨ ਲਈ ਸਭ ਤੋਂ ਵੱਡਾ ਨੰਬਰ ਤੁਹਾਡੇ ਕੋਲ ਦੇਖੋ ਕਿਹੜਾ ਹੈ? 60 ਸਭ ਤੋਂ ਵੱਡਾ ਨੰਬਰ ਹੈ। ਤੇ ਸਭ ਤੋਂ ਛੋਟਾ ਨੰਬਰ ਹੈ ਤੁਹਾਡੇ ਕੋਲ ਬੇਟਾ ਦੇਖੋ ਧਿਆਨ ਨਾਲ 45। ਤੇ 60 ਦੇ ਵਿੱਚੋਂ 45 ਘਟਾਏ ਤਾਂ ਕਿੰਨੇ ਬਚੇ? 15। ਤਾਂ C ਆਪਸ਼ਨ ਇਜ਼ ਦਾ ਰਾਈਟ ਆਨਸਰ। ਉਮੀਦ ਕਰ ਰਹੇ ਕਿ ਤੁਹਾਨੂੰ ਸਮਝ ਆ ਰਹੀ ਹੋਵੇਗੀ। ਚੌਥਾ ਸਵਾਲ ਦੇਖੋ, ਦਿੱਤੇ ਚਿੱਤਰ ਵਿੱਚ AOB ਇੱਕ ਸਰਲ ਰੇਖਾ ਹੈ। AOB ਇਜ਼ ਅ ਲਾਈਨ। ਤਾਂ ਐਂਗਲ AOC ਤੇ ਐਂਗਲ BOC ਕਿਹੜੇ ਕੋਣ ਹਨ? AOC ਤੇ BOC ਕਿਹੜੇ ਕੋਣ ਨੇ? ਹੁਣ ਆਪਾਂ ਆਪਸ਼ਨ ਚੈੱਕ ਕਰਦੇ ਹਾਂ। ਸਾਡੇ ਕੋਲ ਪਹਿਲਾ ਆਪਸ਼ਨ ਹੈ ਕੰਪਲੀਮੈਂਟਰੀ। ਪੂਰਕ ਦਾ ਮਤਲਬ ਕੀ ਹੁੰਦਾ ਹੈ? ਕੰਪਲੀਮੈਂਟਰੀ, ਠੀਕ ਹੈ। ਸੰਪੂਰਕ ਮਤਲਬ ਸਪਲੀਮੈਂਟਰੀ। ਵਰਟੀਕਲੀ ਆਪੋਜ਼ਿਟ ਐਂਗਲ ਜਾਂ ਨਨ ਆਫ ਥੀਸ। ਹੁਣ ਸਾਰਿਆਂ ਨੂੰ ਪਤਾ ਹੈ ਕਿ ਕੰਪਲੀਮੈਂਟਰੀ ਦੇ ਵਿੱਚ ਕੋਣਾਂ ਦਾ ਜੋੜ 90 ਡਿਗਰੀ ਬਣਦਾ ਹੈ ਤੇ ਸਪਲੀਮੈਂਟਰੀ ਦੇ ਵਿੱਚ ਕੋਣਾਂ ਦਾ ਜੋੜ 180 ਬਣਦਾ ਹੈ। ਤੇ ਇੱਕ ਰੇਖਾ ਤੇ ਬਣੇ ਕੋਣਾਂ ਦਾ ਜੋੜ 180 ਹੁੰਦਾ ਹੈ। ਇਸ ਕਰਕੇ ਇਸ ਦਾ ਆਨਸਰ ਕੀ ਹੋਏਗਾ? ਸੰਪੂਰਕ ਕੋਣ, ਸਪਲੀਮੈਂਟਰੀ ਕੋਣ, ਠੀਕ ਹੈ ਬੇਟਾ। ਪੰਜਵਾਂ ਕੁਐਸਚਨ ਦੇਖੋ, ਕਿਸ ਦੋ ਤ੍ਰਿਭੁਜਾਂ ABC ਤੇ PQR ਵਿੱਚ ਕਿੰਨੇ ਸੁਮੇਲਨ ਸੰਭਾਵਿਤ ਹਨ? ਕੋਈ ਵੀ ਦੋ ਤ੍ਰਿਭੁਜ ਦਿੱਤੇ ਨੇ ਬੇਟਾ ਤੁਹਾਡੇ ਕੋਲ, ਇੱਕ A, ਇੱਕ B, ਇੱਕ C, ਇੱਕ P, ਇੱਕ Q ਤੇ ਇੱਕ R। ਹੁਣ ਕਿੰਨੇ ਸੁਮੇਲਨ ਨੇ ਤੁਸੀਂ ਧਿਆਨ ਨਾਲ ਦੇਖਣੇ ਨੇ। ਕਿੰਨੀਆਂ ਭੁਜਾਵਾਂ? 1 2 3 ਭੁਜਾਵਾਂ ਦੋਨਾਂ ਕੋਲ ਤੇ 3 ਕੋਣ ਨੇ। 3 ਭੁਜਾਵਾਂ ਤੇ 3 ਕੋਣ ਟੋਟਲ ਹੋ ਗਏ 6 ਸੁਮੇਲਨ। ਯਾਦ ਰੱਖਣਾ ਹੈ 2 ਤ੍ਰਿਭੁਜ ਦੇ ਕੋਲ ਭੁਜਾਵਾਂ 3 ਤੇ ਕੋਣ ਵੀ 3, ਇਸ ਕਰਕੇ 6 ਸੁਮੇਲਨ ਹੁੰਦੇ ਨੇ। ਨੈਕਸਟ ਹੈ ਪਿਤਾ ਅਤੇ ਪੁੱਤਰ ਦੀ ਉਮਰਾਂ ਕ੍ਰਮਵਾਰ 45 ਸਾਲ ਤੇ 10 ਸਾਲ ਹਨ, ਉਹਨਾਂ ਦਾ ਅਨੁਪਾਤ ਕੀ ਹੋਵੇਗਾ? ਹੁਣ ਦੇਖੋ, the ages of father and the son is 45 years and 10 years. Find the ratio of their ages. ਰੇਸ਼ੋ ਦਾ ਮਤਲਬ ਹੁੰਦਾ ਹੈ ਇੱਕ ਉਮਰ ਉੱਪਰ ਤੇ ਇੱਕ ਉਮਰ ਥੱਲੇ। ਹੁਣ 45/10 ਆ ਚੁੱਕਾ ਹੈ, ਜਿਸ ਨੂੰ ਅਸੀਂ ਕਟਿੰਗ ਕਰਾਂਗੇ 5 ਦੇ ਪਹਾੜੇ ਤੇ। 5 × 5 5 ਦੂਣੀ 10, 5 9 45। ਤੇ ਹੁਣ ਤੁਹਾਡੇ ਕੋਲ ਆ ਗਿਆ ਹੈ 9:2 ਤੇ ਆਪਸ਼ਨ ਬਣ ਗਿਆ C, ਜੋ ਕਿ ਬਿਲਕੁਲ ਸਹੀ ਤੁਹਾਡਾ ਟੁਕਵਾਂ ਆਨਸਰ ਮਿਲਦਾ ਹੈ 9:2। ਪਰਿਮੇਯ ਸੰਖਿਆ -9 ਦਾ ਹਰ। ਬੇਟਾ ਜਦੋਂ ਕੋਈ ਵੀ ਸੰਖਿਆ ਇਸ ਤਰ੍ਹਾਂ ਲਿਖੀ ਹੋਵੇ ਕਿ ਉਸਦੇ ਬਟੇ ਵਿੱਚ ਕੋਈ ਰਕਮ ਨਾ ਹੋਵੇ ਤਾਂ ਆਪਾਂ ਉਸਦੇ ਬਟੇ ਦੇ ਵਿੱਚ 1 ਲਗਾ ਦਿੰਦੇ ਹਾਂ। ਤੇ ਉਸਨੇ ਸਾਨੂੰ ਪੁੱਛਿਆ ਕਿ ਇਸ ਪਰਿਮੇਯ ਸੰਖਿਆ ਦਾ ਡਿਨੋਮੀਨੇਟਰ ਕੀ ਹੈ।
ਹੁਣ ਤੁਹਾਨੂੰ ਪਤਾ ਹੈ ਕਿ ਡਿਨੋਮੀਨੇਟਰ ਜਿਹੜਾ ਹੈ ਉਹ 1 ਨੂੰ ਕਹਿੰਦੇ ਆ, 9 ਹੁੰਦਾ ਹੈ ਨਿਊਮੀਨੇਟਰ ਅੰਸ਼। ਤੇ ਸਾਨੂੰ ਪੁੱਛਿਆ ਗਿਆ ਹਰ, ਤੇ ਇਹਦਾ ਹਰ ਕੀ ਹੋਏਗਾ 1। ਯਾਦ ਰੱਖਣਾ ਹੈ -9 ਦਾ ਹਰ ਕੀ ਹੋਏਗਾ 1 ਹੋਏਗਾ। -1 ਨਹੀਂ ਲਿਖਣਾ ਕਿਉਂਕਿ -9 ਉੱਪਰ ਮਾਈਨਸ ਨੂੰ ਮਿਲਿਆ ਹੋਇਆ ਹੈ। ਜੇਕਰ -4/7 ਬਰਾਬਰ x/14 ਹੋਵੇ ਤਾਂ x ਪਤਾ ਕਰਨਾ ਹੈ। ਦੇਖੋ 7 ਨਾਲ 2 ਨੂੰ ਗੁਣਾ ਕੀਤੀ ਤਾਂ 14 ਬਣਿਆ ਨਾ, ਤੇ 4 ਨੂੰ 2 ਨਾਲ ਗੁਣਾ ਕਰ ਦਿਓ 8 ਬਣ ਜਾਏਗਾ, ਨਾਲ ਮਾਈਨਸ ਤਾਂ ਲੱਗਣਾ ਹੀ ਹੈ, ਤੇ -8 ਤੁਹਾਡਾ x ਦਾ ਮੁੱਲ ਆ ਚੁੱਕਾ ਹੈ। ਬਹੁਤ ਹੀ ਸੌਖੇ ਢੰਗ ਨਾਲ ਤੁਸੀਂ ਪਤਾ ਕੀਤਾ ਹੈ। ਤੁਸੀਂ ਦੇਖੋ ਥੱਲੜੇ ਵਾਲੀ ਰਕਮ ਨੂੰ 14 ਬਣਾਉਣ ਲਈ ਕੀ ਕੀਤਾ ਗਿਆ, ਗੁਣਾ ਜਾਂ ਭਾਗ। ਗੁਣਾ ਕਿਹਦੇ ਨਾਲ ਗੁਣਾ ਕੀਤੀ ਗਈ, 2 ਨਾਲ। ਜੋ ਕੁਛ ਥੱਲੜੇ ਵਾਲੇ ਅੱਖਰ ਨਾਲ ਕੀਤਾ ਗਿਆ ਉਹੀ ਕੁਛ ਤੁਸੀਂ ਉੱਪਰ ਵਾਲੇ ਅੱਖਰ ਨਾਲ ਕਰ ਦਿਓ, ਸੌਖੇ ਢੰਗ ਨਾਲ x ਨਿਕਲ ਜਾਂਦਾ ਹੈ। 9ਵਾਂ ਭਾਗ ਹੈ ਇੱਕ ਚੱਕਰ ਦਾ ਘੇਰਾ, ਉਸ ਜਿਸ ਦਾ ਅਰਧ ਵਿਆਸ r ਹੈ। ਘੇਰਾ ਹੁੰਦਾ ਹੈ ਬੇਟਾ ਸਰਕਮਫਰੈਂਸ। ਹੁਣ ਤੁਹਾਨੂੰ ਸਾਰਿਆਂ ਨੂੰ ਯਾਦ ਹੈ ਕਿ ਸਰਕਮਫਰੈਂਸ ਆਫ ਸਰਕਲ ਨਿਕਾਲਣਾ ਹੈ ਆਪਾਂ, ਜਿਸ ਦੀ ਰੇਡੀਅਸ ਸਾਨੂੰ r ਹੋਵੇ। ਤਾਂ 2πr ਇਜ਼ ਅ ਫਾਰਮੂਲਾ ਆਫ ਸਰਕਮਫਰੈਂਸ ਜਾਂ ਪਰਿਮਾਪ ਜਾਂ ਘੇਰਾ ਚੱਕਰ ਦਾ 2πr ਹੁੰਦਾ ਹੈ। ਇਹ ਤਾਂ ਸਿੱਧਾ ਫਾਰਮੂਲਾ ਹੀ ਸੀਗਾ ਜਿਹੜਾ ਕਿ ਤੁਸੀਂ ਟਿਕ ਕਰਨਾ ਸੀਗਾ। ਜੇਕਰ ਇੱਕ ਵਰਗ ਦੀ ਭੁਜਾ, ਵਰਗ ਸਮਝਦੇ ਹੋ ਨਾ, ਜਿਸ ਦੀ ਚਾਰੇ ਭੁਜਾਵਾਂ ਬਰਾਬਰ ਹੁੰਦੀ, ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਸਕੁਆਇਰ ਬੋਲਦੇ ਹਾਂ। ਇਫ ਸਾਈਡ ਆਫ ਅ ਸਕੁਆਇਰ ਇਜ਼ 5, ਇੱਧਰ ਵੀ 5, ਇੱਧਰ ਵੀ 5, ਇੱਧਰ ਵੀ 5 ਤੇ ਇੱਧਰ ਵੀ 5, ਦੈਨ ਉਸਦਾ ਪਰਿਮਾਪ ਬੇਟਾ 5, 5, 10, 5, 15 ਤੇ 5, 20 ਜੋੜ ਲਿਓ ਤੇ ਸਾਡੇ ਕੋਲ 20 ਸੈਂਟੀਮੀਟਰ ਉਸਦਾ ਪਰਿਮਾਪ ਬਣਦਾ ਹੈ। ਕਿਉਂਕਿ ਪਰਿਮਾਪ ਕਿਸੇ ਵੀ ਚਤੁਰਭੁਜ, ਕਿਸੇ ਵੀ ਪੋਲੀਗਨ, ਕਿਸੇ ਵੀ ਬਹੁਭੁਜ ਦਾ ਪਤਾ ਕਰਨਾ ਹੋਵੇ, ਅਸੀਂ ਉਸਦੀ ਸਾਰੀਆਂ ਭੁਜਾਵਾਂ ਨੂੰ ਜੋੜ ਦਿੰਦੇ ਹਾਂ। -10x y ਦੀ 2 ਵਿੱਚੋਂ y ਦੀ 2 ਦਾ ਗੁਣਾਕ ਬੇਟਾ ਕੋਫੀਸ਼ੀਐਂਟ, ਕੀ ਕਹਿੰਦੇ ਗੁਣਾਕ ਨੂੰ, ਕੋਫੀਸ਼ੀਐਂਟ ਆਫ y ਦੀ ਸਕੁਆਇਰ ਦਾ, ਕਿਹਦੇ ਵਿੱਚੋਂ -10x y ਦੀ 2। ਯਾਦ ਰੱਖੋ ਜਦੋਂ ਵੀ ਕੋਫੀਸ਼ੀਐਂਟ ਪਤਾ ਕਰਨਾ ਹੁੰਦਾ ਹੈ ਤੇ ਕੋਫੀਸ਼ੀਐਂਟ ਕਿਹਦਾ ਪਤਾ ਕਰਨਾ, y ਦੀ 2 ਦਾ। y ਦੀ 2 ਨੂੰ ਚੱਕਰ ਕਰ ਦਿਓ। ਹੁਣ y ਦੀ 2 ਨੂੰ ਚੱਕਰ ਚ ਪਾਤਾ, ਇਹਨੂੰ ਛੱਡ ਕੇ ਜੋ ਦਿਸ ਰਿਹਾ ਉਹ ਤੁਹਾਡਾ ਆਨਸਰ ਹੈ -10x। ਤੁਹਾਡਾ C ਆਪਸ਼ਨ ਇਜ਼ ਦਾ ਰਾਈਟ ਆਨਸਰ, ਕਿਉਂਕਿ ਆਪਾਂ ਕੋਫੀਸ਼ੀਐਂਟ ਗੁਣਾਕ ਪਤਾ ਕਰਨਾ ਸੀਗਾ y ਦੀ ਘਾਤ 2 ਦਾ, ਤਾਂ y ਦੀ ਘਾਤ 2 ਨੂੰ ਛੱਡ ਕੇ ਬਾਕੀ ਸਾਰਾ ਉਸਦਾ ਗੁਣਾਕ ਹੋ ਗਿਆ। ਤਾਂ 12ਵਾਂ ਸਵਾਲ ਦੇਖੋ, ਹੇਠ ਲਿਖੀਆਂ ਸੰਖਿਆਵਾਂ ਸਮਾਨ ਪਦ ਕਿਹੜੇ ਹਨ। ਸਮਾਨ ਪਦ ਮਤਲਬ ਹੁੰਦਾ ਲਾਈਕ ਟਰਮ। ਹੁਣ ਲਾਈਕ ਟਰਮ ਤਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਇੱਧਰ x ਹੈ, ਇੱਧਰ xy ਹੈ ਨਾ, ਇਹ ਲਾਈਕ ਟਰਮ ਨਹੀਂ ਹੋ ਸਕਦੀਆਂ। ਇੱਥੇ x ਕੱਲਾ y 2 ਹੈ, ਇੱਥੇ x ਕੱਲਾ y 2 ਹੈ, ਬਿਲਕੁਲ ਸਹੀ, ਇਹ ਤੁਹਾਡੇ ਕੋਲ ਲਾਈਕ ਟਰਮ ਨੇ। ਇਹ ਵੀ ਲਾਈਕ ਟਰਮ ਨਹੀਂ ਹੈਗੀ, ਇਹ ਵੀ ਲਾਈਕ ਟਰਮ ਨਹੀਂ ਹੈਗੀ। ਲਾਈਕ ਟਰਮ ਦਾ ਮਤਲਬ ਹੁੰਦਾ ਹੈ ਕਿ ਇੰਗਲਿਸ਼ ਵਾਲੇ ਅੱਖਰ ਬਿਲਕੁਲ ਸੇਮ ਹੋਣ, ਇੱਧਰ ਵੀ ਤੇ ਇੱਧਰ ਵੀ। ਤੇ ਇਹ ਤੁਹਾਡਾ 12ਵਾਂ ਸਵਾਲ ਵੀ ਬੇਟਾ ਕੰਪਲੀਟ ਹੋ ਗਿਆ ਹੈ, ਜਿਹਦੇ ਵਿੱਚ 4 ਆਪਸ਼ਨ ਦੇ ਵਿੱਚੋਂ ਅਸੀਂ ਇੱਕ ਆਪਸ਼ਨ ਨੂੰ ਟਿਕ ਕਰਨਾ ਸੀਗਾ। ਹੁਣ ਆਪਾਂ 13ਵਾਂ ਸਵਾਲ ਕਰਾਂਗੇ, ਧਿਆਨ ਨਾਲ ਦੇਖਿਓ। 13ਵੇਂ ਸਵਾਲ 'ਚ ਕਿਹਾ ਜਾ ਰਿਹਾ ਹੈ ਕਿ 5a ਵਿੱਚੋਂ 2a ਨੂੰ ਘਟਾਓ। ਬੇਟਾ ਬਹੁਤ ਹੀ ਸੌਖਾ ਹੈ, 5a ਦੇ ਵਿੱਚੋਂ 2a ਨੂੰ ਘਟਾ ਰਹੇ ਹਾਂ। ਹੁਣ ਜਦੋਂ ਵੀ ਘਟਾਓ ਕਰਨੀ ਹੈ ਤਾਂ 5 ਦੇ ਵਿੱਚੋਂ 2 ਘਟਾਏ 3, ਨਾਲ a ਲੱਗ ਗਿਆ। ਕਿੰਨਾ ਆਨਸਰ ਆ ਗਿਆ ਦੇਖੋ 3a। ਕਿੰਨਾ ਆਨਸਰ ਆ ਗਿਆ ਤੁਹਾਡੇ ਕੋਲ 3a। ਉੱਦਾਂ ਵੀ ਦੇਖੋ 5a, 5 ਵਿੱਚੋਂ 3a ਘਟਾਏ 2, 5a ਵਿੱਚੋਂ 2a ਘਟਾਏ ਤਾਂ ਕਿੰਨੇ ਬਚਣੇ, 3a ਹੀ ਬਚਣੇ ਨੇ। ਇਹ ਬਹੁਤ ਹੀ ਸੌਖਾ ਸਵਾਲ ਹੈ, ਇਹ ਬਹੁਤ ਔਖਾ ਨਹੀਂ ਹੈ ਜੋ ਕਿ ਤੁਹਾਨੂੰ ਸੋਚਣਾ ਪਵੇਗਾ। ਅੱਖਰ h ਦੀਆਂ ਕਿੰਨੀਆਂ ਸਮਮਿਤੀ ਰੇਖਾਵਾਂ ਹੋਣਗੀਆਂ। ਹੁਣ h ਦੇਖੋ, ਆਹ ਤੁਹਾਡਾ h ਹੈ, ਇਸ ਦੀਆਂ ਕਿੰਨੀਆਂ ਸਮਮਿਤੀ ਰੇਖਾਵਾਂ ਹੋ ਸਕਦੀਆਂ ਨੇ, ਕਿੰਨੀਆਂ ਤੁਹਾਡੇ ਕੋਲ ਸਿਮੈਟਰੀ ਲਾਈਨਸ ਹੋ ਸਕਦੀਆਂ ਨੇ। ਹੁਣ h ਦੀਆਂ ਤਾਂ ਬੇਟਾ 2 ਹੀ ਸਿਮੈਟਰੀਆਂ ਹੋ ਸਕਦੀਆਂ ਨੇ, ਇੱਕ ਇੱਧਰੋਂ ਦੇਖੋ, ਇੱਕ ਇੱਧਰੋਂ। h ਦੀਆਂ ਕਿੰਨੀਆਂ ਸਿਮੈਟਰੀਆਂ ਹੋ ਸਕਦੀਆਂ ਨੇ, ਕਿੰਨੀਆਂ ਸਮਮਿਤੀ ਰੇਖਾਵਾਂ ਹੋ ਸਕਦੀਆਂ। ਸਮਮਿਤੀ ਰੇਖਾਵਾਂ ਦਾ ਮਤਲਬ ਹੈ ਕਿ h ਨੂੰ ਬਰਾਬਰ ਹਿੱਸਿਆਂ ਵਿੱਚ ਵੰਡਣਾ ਬੇਟਾ। 2 ਸਮਮਿਤੀਆਂ ਰੇਖਾਵਾਂ h ਦੀਆਂ ਹੁੰਦੀਆਂ ਨੇ। ਹੇਠ ਦਿੱਤੇ ਚਿੱਤਰ ਵਿੱਚ ਘੁੰਮਣ ਸਮਮਿਤੀ ਕੀ ਹੋਵੇਗੀ, ਧਿਆਨ ਨਾਲ ਦੇਖਣਾ ਬੇਟਾ। ਹੁਣ ਬੇਟਾ ਇਸ ਫਿਗਰ ਤੁਹਾਨੂੰ ਦਿਖ ਰਹੀ ਹੋਏਗੀ, ਇਸ ਫਿਗਰ ਦੀ ਘੁੰਮਣ ਸਥਿਤੀ ਜੇ ਆਪਾਂ ਦੇਖੀਏ ਤੇ 4 ਘੁੰਮਣ ਸਮਮਿਤੀਆਂ ਬਣਦੀਆਂ ਨੇ, ਕਿਉਂਕਿ 4 ਵਾਰ ਰੋਟੇਟ ਕਰੀਏ ਤਾਂ ਸੇਮ ਡਾਇਗਰਾਮ ਬਣ ਸਕਦਾ ਹੈ। ਅਗਲਾ 16ਵਾਂ ਕੁਐਸਚਨ ਦੇਖੀਏ, ਹੇਠ ਲਿਖਿਆਂ 2 ਚੋਂ ਕਿਹੜਾ ਪੂਰਕ ਕੋਣਾਂ ਦਾ ਜੋੜਾ ਹੈ। ਪੂਰਕ ਕੋਣ ਸਮਝਦੇ ਹੋ ਨਾ, ਕੰਪਲੀਮੈਂਟਰੀ ਐਂਗਲਸ ਦਾ ਜੋੜਾ। ਕੰਪਲੀਮੈਂਟਰੀ ਐਂਗਲਸ ਦਾ ਸਮਝਦੇ ਹੋ, ਕੰਪਲੀਮੈਂਟਰੀ ਐਂਗਲਸ ਦੇ ਵਿੱਚ ਉਹਨਾਂ ਦਾ ਜੋੜ 90 ਹੁੰਦਾ ਹੈ। 60 ਤੇ 31 ਜੋੜੀਏ ਤਾਂ 91 ਬਣਦਾ ਹੈ, ਨਹੀਂ ਹੋ ਸਕਦਾ। 100 ਬਣ ਗਿਆ, ਇਹ ਵੀ ਨਹੀਂ ਹੋ ਸਕਦਾ। 70 80 90 ਬਣ ਗਿਆ, ਬਿਲਕੁਲ ਸਹੀ, ਇਹ ਤੁਹਾਡਾ ਇੱਕ ਪੂਰਕ ਕੋਣ ਦਾ ਜੋੜਾ ਹੋਵੇਗਾ। ਯਾਦ ਰੱਖੋ ਪੂਰਕ ਕੋਣ ਦਾ ਜੋੜ 90 ਡਿਗਰੀ ਹੁੰਦਾ ਹੈ, ਇਸ ਕਰਕੇ ਇਸ ਦਾ ਆਪਸ਼ਨ C ਮੰਨਿਆ ਜਾਏਗਾ। ਇਸ ਤਰ੍ਹਾਂ ਸਾਡੇ ਪਹਿਲੇ ਸਵਾਲ ਦੇ ਬੇਟਾ 16 ਭਾਗ ਜਿਹੜੇ ਕਿ ਕੰਪਲੀਟ ਹੋ ਚੁੱਕੇ ਨੇ। 16 ਸਵਾਲ ਦਾ ਮਤਲਬ ਸਮਝਦੇ ਹੋ 16 ਨੰਬਰ, ਇੱਕ ਨੰਬਰ ਦਾ ਇੱਕ ਸਵਾਲ ਸੀਗਾ। ਹੁਣ ਆਪਾਂ ਦੂਜਾ ਸਵਾਲ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅੱਗੇ
8 ਸਵਾਲਾਂ 'ਚ ਵੰਡਿਆ ਗਿਆ ਹੈ, ਜੋ ਕਿ ਸਹੀ ਜਾਂ ਗਲਤ ਵਾਲੇ ਸਵਾਲ ਨੇ। ਹੁਣ ਤੁਸੀਂ ਸਵਾਲ ਨੂੰ ਧਿਆਨ ਨਾਲ ਪੜ੍ਹਨਾ ਹੈ, ਧਿਆਨ ਨਾਲ ਸੁਣਨਾ ਹੈ ਤੇ 8 ਸਵਾਲਾਂ ਦਾ ਜਵਾਬ ਦੇਣਾ ਹੈ। ਧਿਆਨ ਨਾਲ ਸੁਣੋਗੇ। 10 ਵਿੱਚੋਂ 8 ਮਾਈਨਸ ਕਰ ਲਓ ਜਾਂ 8 ਵਿੱਚੋਂ 10 ਮਾਈਨਸ ਕਰ ਲਓ, ਕੀ ਆਨਸਰ ਹਮੇਸ਼ਾ ਬਰਾਬਰ ਆਏਗਾ? ਬੇਟਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 10 ਵਿੱਚੋਂ 8 ਘਟਾਈਏ ਤਾਂ 2 ਆਨਸਰ ਆਉਂਦਾ ਹੈ, ਲੇਕਿन ਜੇ 8 ਵਿੱਚੋਂ 10 ਘਟਾਈਏ ਤਾਂ -2 ਆਨਸਰ ਆਉਂਦਾ ਹੈ, ਕਿਉਂਕਿ ਵੱਡੀ ਰਕਮ ਮਾਈਨਸ ਦੀ ਹੋ ਜਾਂਦੀ ਹੈ। ਇਸ ਕਰਕੇ ਬਰਾਬਰ ਆਨਸਰ ਨਹੀਂ ਆਏਗਾ, ਤੁਹਾਡਾ ਆਪਸ਼ਨ ਗਲਤ ਹੋਏਗਾ। त्रिभुज के 3 कोणों का जोड़ 360 होंदा है। बेटा तुहानूं रट आई हुई ये गल है, बेटा त्रिभुज के 3 कोणों का जोड़ हमेशा 180 होंदा है। चतुर्भुज के 4 कोणों का जोड़ 360 होंदा है। ये भी गलत है, गलत आंसर आ गया। त्रिभुज के 3 कोणों का जोड़ कितना होंदा है? 180। सम ऑफ एंगल्स ऑफ ट्राइंगल इज 180। दो शिखर सन्मुख कोण हमेशा बराबर होंगे ने, बिल्कुल ठीक क्या। वर्टिकली ओपोजिट एंगल, दो काटवी रेखावां तो आमने सामने वाले कोण जिन्होंने असीं कहने बराबर होंगे ने, बिल्कुल सही कह रहा है। तो इसका ऑप्शन साडा सही होएगा। एक त्रिभुज के 3 कोण 60 डिग्री तो घट हो सकते हैं। तिने ही कोण 60 डिग्री तो घट हो गए। मान लो एक 59 हो गया, दूजा 58 हो गया, तीजा भी 59 हो गया, लेकिन जब इसमें जोड़ते हैं तो 180 तो छोटा आंसर आएगा, जबकि साडा आंसर 180 आना बनता सीगा। इस करके एक त्रिभुज के 3 कोण 60 तो घट कदे भी नहीं हो सकते। ये कह रहा हो सकते हैं, इसका मतलब एक गलत कह रहा है। 60 डिग्री हो सकते हैं तीनों, 60 जमा 60 जमा 60 180 बनता है। 60 तो छोटे नहीं हो सकते बेटा। त्रिभुज दियां 2 भुजावां की लंबाइयां का जोड़ तीजी भुजा तो हमेशा वड्डा होंदा है। बिल्कुल सही बेटा। सम ऑफ 2 साइड ऑफ अ ट्रायंगल इज ऑलवेज ग्रेटर दैन द थर्ड साइड। 2 भुजावां का जोड़ हमेशा ही तीजी भुजा तो वड्डा होंदा है। सही हो गया। 0 हमेशा -49 तो छोटा होंदा है बेटा? नहीं, 0 तो छोटी होंदी नहीं माइनस की गिनती। 0 तो माइनस वाली गिनती तो हमेशा वड्डा होंदा है। 0 हमेशा माइनस तो वड्डा होंदा है बेटा। ये गलत कह रहा है, ठीक है। 49 देख के नहीं वड्डा कह देना, माइनस लगा है तो मतलब छोटा हो गया। 2 की घात 0 कहता 2 के बराबर होंदा है? कदे भी नहीं, क्योंकि मैं तुहानूं दस्सिया सी किसी भी रकम के उत्ते घात 0 लग जाए तो वो रकम 1 बन जाती है। तो जे इसका आंसर 1 आ गया तो कदे 2 के बराबर नहीं हो सकता। ये भी तुसीं गलत कह रहा है। 2 की घात 3 3 की घात तो वड्डा होंदा है। ध्यान नाल देखो बेटा, 2 की घात 3 3 की घात 2 तो कदे भी वड्डा नहीं हो सकता। क्यों? क्योंकि 2 की घात 3 होंदा 2 दूनी 4 दूनी 8 तो 3 की घात 2 होंदा है 9 तो 8 कदे 9 तो वड्डा नहीं होंदा। इस करके ये भी सवाल उसने गलत कर लिया है। तो इस तरह से दूजे सवाल दे विच जिहड़े सही या गलत सीगे उसनूं जवाब बहुत ही सौखे ढंग नाल समझाउण की कोशिश कर रहे हाँ। हुण आपां तीजे सवाल वल चलते हैं बेटा, जिहदे विच खाली थावां भरन लई कहे गए ने। सानूं खाली थावां दे अगे ऑप्शनस भी दित्तियां गई ने कि किहड़े ऑप्शन दे विच 2 ऑप्शन दे विचों असीं एक ऑप्शन टिक करना है। होर सौखा सवाल हो गया, तुहानूं आंसर दिता गया है, बस दोवां दे विचों एक चूज करना है। हुण देखो -1 गुणा -1, सारिआं नूं पता है कि गुणा विच एक एकम एक ही हुंदा है, पर गुणा करते हुए जे 2 माइनस आ जाण तां माइनस माइनस प्लस बन जाते हैं। इस करके साडा आंसर की होएगा प्लस दा 1 साडा आंसर होएगा। 10 दा 1/2, दा दा मतलब ऑफ, 1/2 ऑफ 10 ਇਹਦਾ मतलब ਹੁੰਦਾ 1/2 गुणा 10। 2 ਨਾਲ 10 ਨੂੰ ਕੱਟੀਏ ਤਾਂ 5 ਬਣਦਾ ਨਾ, 2 5 10। ਇਹਦਾ मतलब ਸਾਡਾ ਆਨਸਰ 5 ਹੋਏਗਾ। ਬਿਲਕੁਲ ਸਹੀ, 5 ਸਾਡਾ ਆਨਸਰ ਹੋਏਗਾ। ਇੱਕ ਸਮਭੁਜੀ ਤ੍ਰਿਭੁਜ ਦੀ ਭੁਜਾ ਦਾ ਮਾਪ 12 ਸੈਂਟੀਮੀਟਰ। ਸਮਭੁਜ ਸਮਝਦੇ ਹੋ? ਇਕੁਈਲੇਟਰਲ ਟ੍ਰਾਇੰਗਲ ਜਿਸ ਦੀਆਂ ਤਿੰਨੇ ਭੁਜਾਵਾਂ ਬਰਾਬਰ ਹੁੰਦੀਆਂ ਨੇ। ਤੇ ਜੇ ਇੱਕ ਤ੍ਰਿਭੁਜ ਦੀ ਤਿੰਨੇ ਭੁਜਾਵਾਂ ਬਰਾਬਰ ਨੇ, ਇਹ ਵੀ 12 ਹੈ, ਇਹ ਵੀ 12 ਹੈ, ਇਹ ਵੀ 12 ਹੈ, ਤਾਂ ਇਸ ਦਾ ਪਰਿਮਾਪ, ਇਸ ਦਾ ਪੈਰੀਮੀਟਰ ਹੋਏਗਾ 12 जमा 12 जमा 12, 12 12 24 12 36 सेंटीमीटर तुहाडा आंसर आ गया। समीकरण x जमा 3 बराबर 0 का हल पता करना है। सॉल्व द इक्वेशन x + 3 = 0। तुहानूं पता है कि 3 इधर प्लस का है, जो उधर जाएगा तो माइनस का हो जाएगा। इसका मतलब -3 तुहाडा आंसर होएगा। ਜਦੋਂ 2 कोणों का जोड़ 90 होवे तो वह डैश कोण हुंदे हन। हुण तुहानूं दस्सिया बेटा 90 का मतलब हुंदा है पूरक कॉम्पलीमेंटरी, 180 का मतलब हुंदा संपूरक, पर असीं 90 की गल कर रहे हैं तो की आंसर आएगा पूरक। इंग्लिश वाले बच्चे की लिखेंगे? कॉम्पलीमेंटरी एंगल। 1/4 का दशमलव रूप बेटा, 1/4 का दशमलव रूप हुंदा है 0.25। डेसीमल रिप्रजेंटेशन ऑफ 1/4 इज 0.25। 25 पैसे नूं कहना 1 रुपये का चौथा हिस्सा। जेकर एक त्रिभुज दियां तिन्ने भुजावां
ਕਰਮਵਾਰ ਕਿਸੇ ਦੂਜੇ ਤ੍ਰਿਭੁਜ ਦੀਆਂ ਸੰਗਤ ਭੁਜਾਵਾਂ ਦੇ ਬਰਾਬਰ ਹੋਣ ਤਾਂ ਇਹ ਦੋਵੇਂ ਤ੍ਰਿਭੁਜ ਸਰਬੰਗ ਸਮਤਾ ਦੇ ਡੈਸ਼ ਮਾਪਦੰਡ ਦੇ ਅੰਤਰਗਤ ਆਉਂਦੇ ਨੇ। ਭੁਜਾਵਾਂ ਦੇ ਬਰਾਬਰ ਹੋਣਗੀਆਂ ਤਾਂ ਭੁਜਾ ਹੀ ਹੋਏਗਾ ਨਾ। ਐਸ ਰੂਲ। ਬਹੁਤ ਹੀ ਸੌਖਾ ਸਵਾਲ ਬੇਟਾ, ਯਾਦ ਰੱਖੋ। ਤਿੰਨੇ ਭੁਜਾਵਾਂ, ਕੋਣ ਦੀ ਤਾਂ ਗੱਲ ਹੀ ਨਹੀਂ ਕੀਤੀ ਗਈ। ਦੋ ਸਰਬੰਗਸਮ ਕੋਣਾਂ ਵਿੱਚੋਂ ਇੱਕ ਦਾ ਮਾਪ 70 ਹੋਵੇ ਤਾਂ ਦੂਜਾ ਵੀ 70 ਡਿਗਰੀ ਹੁੰਦਾ ਹੈ। ਸਰਬੰਗਸਮ ਦੇ ਵਿੱਚ ਦੋਨੇ ਕੋਣ ਆਪਸ ਵਿੱਚ ਬਰਾਬਰ ਹੁੰਦੇ ਨੇ। ਇਸ ਤਰ੍ਹਾਂ ਸਾਡੇ ਇਹ ਵਾਲੇ 8 ਖਾਲੀ ਥਾਂ ਵੀ ਕੰਪਲੀਟ ਹੋ ਗਏ ਨੇ। ਤੇ ਇਸ ਤਰ੍ਹਾਂ ਅਸੀਂ 32 ਸਵਾਲ ਬੇਟਾ 7ਵੀਂ ਕਲਾਸ ਤੁਹਾਡੇ 32 ਸਵਾਲ ਇੱਕ ਨੰਬਰ ਵਾਲੇ ਜਿਹੜੇ ਕਿ ਭਾਗ ਊੜੇ ਵਿੱਚ ਸਰਕਾਰ ਵੱਲੋਂ ਸੈਂਪਲ ਪੇਪਰ ਦੇ ਰੂਪ ਵਿੱਚ ਭੇਜੇ ਗਏ ਨੇ, ਤੁਹਾਨੂੰ ਮੈਂ ਸਮਝਾ ਕੇ ਵੀਡੀਓ ਬਣਾ ਕੇ ਹੁਣ ਭੇਜ ਰਿਹਾ ਹਾਂ। ਤੁਸੀਂ ਇਸ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣੋ, ਧਿਆਨ ਨਾਲ ਦੇਖੋ ਤੇ ਫਿਰ ਦੁਬਾਰਾ ਆਪਣੇ ਆਪ ਇਹਨਾਂ ਕੁਐਸਚਨ ਨੂੰ ਕਰਨ ਦੀ ਕੋਸ਼ਿਸ਼ ਕਰੋ। ਤੇ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਜ਼ਰੂਰ ਉਸਨੂੰ ਲਾਈਕ ਕਰਿਓ, ਜ਼ਰੂਰ ਕਮੈਂਟ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਕਿਉਂਕਿ ਤੁਹਾਡੇ ਸਿਲੇਬਸ ਦੇ ਸਾਰੇ ਚੈਪਟਰਸ ਦੀ ਵੀਡੀਓਜ਼ ਮੇਰੇ ਚੈਨਲ ਤੇ ਪਈਆਂ ਨੇ। ਤੁਸੀਂ ਆਪਣੀ 7ਵੀਂ ਕਲਾਸ ਸਿਲੈਕਟ ਕਰਕੇ ਆਪਣੇ ਸਾਰੇ ਮੈਥ ਵਿਸ਼ੇ ਦੇ ਅਧਿਆਇ ਨੂੰ ਦੇਖ ਕੇ ਸਮਝ ਸਕਦੇ ਹੋ।